ਬੀਤੇ ਦਿਨੀ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਆਏ ਨੇ ਤੇ ਜਿਨ੍ਹਾਂ ਆਦੇਸ਼ਾਂ ਦੇ ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਧਿਕਾਰ ਮਿਲੇ ਨੇ ਕਿ ਹਰਿਆਣਾ 'ਚ ਮੌਜੂਦ ਗੁਰਦੁਆਰਿਆਂ ਦੀ ਦੇਖਭਾਲ ਉਕਤ ਕਮੇਟੀ ਕਰੇਗੀ ਤੇ ਐਸਜੀਪੀਸੀ ਦੇ ਨਾਲ ਉਹਨਾਂ ਨੂੰ ਵੱਖ ਕੀਤਾ ਗਿਆ। ਕਹਿਣ ਦਾ ਭਾਵ ਹੈ ਕਿ ਇਸ ਤੋਂ ਪਹਿਲਾਂ ਬੇਸ਼ੱਕ ਅਡਹੌਕ ਕਮੇਟੀ ਬਣੀ ਹੋਈ ਸੀ, ਪਰ ਹੁਣ ਲੀਗਲ ਤੌਰ ਤੇ ਜਿਹੜੇ ਅਧਿਕਾਰ ਨੇ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਏ ਨੇ। ਹਾਲੇ ਪ੍ਰਧਾਨ ਦੀ ਚੋਣ ਹੋਣੀ ਬਾਕੀ ਹੈ। ਬੇਸ਼ੱਕ ਇੱਕ ਦੌਰ ਦੇ ਅੰਦਰ ਚਰਚਾਵਾਂ ਦਾ ਬਾਜ਼ਾਰ ਗਰਮ ਹੋਇਆ ਸੀ ਤੇ ਜਗਦੀਸ਼ ਸਿੰਘ ਝੀਂਡਾ ਹੋਰਾਂ ਦਾ ਨਾਮ ਵੀ ਸਾਹਮਣੇ ਆਇਆ, ਪਰ ਹਾਲੇ ਤੱਕ ਪ੍ਰਧਾਨ ਦੀ ਚੋਣ ਪੈਂਡਿੰਗ ਦੱਸੀ ਜਾ ਰਹੀ ਹੈ। ਔਰ ਇਸ ਕਸ਼ਮਕਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਦਾਅਵੇਦਾਰ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸੇਵਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਮੰਨਿਆ ਵੀ ਜਾ ਰਿਹਾ ਹੈ ਕਿ ਦਦਾਰ ਸਿੰਘ ਨਲਵੀ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ। ਇਸ ਵਕਤ ਸਾਡੇ ਨਾਲ ਉਹ ਮੌਜੂਦ ਨੇ ਕਿਉਂਕਿ ਦਦਾਰ ਸਿੰਘ ਨਲਵੀ ਹੋਰਾਂ ਦਾ ਇਹ ਦਾਅਵਾ ਹੈ ਕਿ ਜੇਕਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਚ ਸਥਾਪਿਤ ਹੋਈ ਹੈ ਤਾਂ ਉਹਨਾਂ ਦੇ ਉਪਰਾਲੇ ਦੇ ਸਦਕਾ ਹੋਈ ਹੈ। ਤੇ ਉਹ ਇਹ ਦਾਅਵਾ ਕਰਦੇ ਨੇ ਕਿ ਕਈ ਸਾਲਾਂ ਤੋਂ ਲੈ ਕੇ ਤੇ ਹੁਣ ਤੱਕ ਉਹਨਾਂ ਦੇ ਉਦਮਾਂ ਦੇ ਸਦਕਾ ਹੀ ਇਹ ਜਿਹੜਾ ਹੈ ਇਹਨਾਂ ਨੂੰ ਅਧਿਕਾਰ ਮਿਲੇ ਨੇ। ਇਸ ਵਕਤ ਦਦਾਰ ਸਿੰਘ ਨਲਵੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਫਿਊਚਰ ਕੀ ਰਹੇਗਾ ਤੇ ਅਗਲੇ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਉਹ ਕਮੇਟੀ ਦੀਆਂ ਕਿਸ ਤਰ੍ਹਾਂ ਦੀਆਂ ਰਹਿਣਗੀਆਂ। ਨਲਵੀ ਸਾਹਿਬ, ਬਹੁਤ ਬਹੁਤ ਸਵਾਗਤ ਜਗਬਾਣੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ, ਤੁਸੀਂ ਇਹ ਦਾਅਵਾ ਕਰਦੇ ਹੋ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਹੈ, ਇਹਦਾ ਤੁਹਾਡੇ ਕੋਲ ਤੱਥ ਕੀ ਹੈਗਾ? ਜੋ ਕੁਝ ਤੁਸੀਂ ਗੱਲ ਕਹੀ ਇਹ ਹਕੀਕਤ ਹੈ, ਕਿਉਂਕਿ ਜਦੋਂ ਮੈਂ 1997 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਰਿਟਾਇਰ ਹੋ ਕੇ ਕੁਰੂਕਸ਼ੇਤਰ ਗਿਆ ਤਾਂ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਵਿੱਚ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤਾਂ ਹਰਿਆਣੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ? ਮੈਂ ਉੱਥੇ ਕੁਰੂਕਸ਼ੇਤਰ ਜਾਂ ਹੋਰ ਕਈ ਥਾਵਾਂ ਦੇ ਉੱਤੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕੀਤਾ। ਉਹਨਾਂ ਨੇ ਕਿਹਾ ਵੀ ਇਹ ਬਣਨੀ ਚਾਹੀਦੀ ਹੈ, ਪਰ ਕਦੀ ਕਿਸੇ ਸੋਚਿਆ ਹੀ ਕੋਈ ਨਹੀਂ। ਇਹ ਪਹਿਲੀ ਵਾਰ ਹੈ ਕਿ ਤੁਸੀਂ ਸਾਡੇ ਅੱਗੇ ਆਈਡੀਆ ਰੱਖ ਰਹੇ ਹੋ, ਸਾਨੂੰ ਬੜਾ ਅੱਛਾ ਲੱਗਾ ਹੈ ਤੇ ਆਓ ਆਪਾਂ ਸ਼ੁਰੂ ਕਰੀਏ। ਸੋ ਅਸੀਂ ਸ਼ੁਰੂ ਕਰ ਦਿੱਤੀ ਤੇ ਕਾਫਲਾ ਇਕੱਲੇ ਘਰੋਂ ਟੁਰੇ ਸਾਂ ਤੇ ਕਾਫਲਾ ਜੁੜ ਗਿਆ ਤੇ ਸਾਰੀ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ। ਤਾਂ 2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਆ ਗਏ। ਅਸੀਂ ਉਹ ਇਲੈਕਸ਼ਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਸੰਸਥਾ ਬਣਾ ਕੇ ਅਸੀਂ ਇਲੈਕਸ਼ਨ ਲੜੇ। ਹਰਿਆਣੇ ਵੱਲੋਂ ਵੱਖਰਾ ਐਸਜੀਪੀਸੀ ਦੇ ਅਗੇਂਸਟ ਜੀ। ਅਸੀਂ ਐਸਜੀਪੀਸੀ ਦੇ ਕਿਉਂਕਿ ਟੋਟਲ 11 ਸੀਟਾਂ ਨੇ, ਅਸੀਂ ਐਸਜੀਪੀਸੀ ਦੇ 11 ਵਿੱਚੋਂ ਅਸੀਂ 7 ਸੀਟਾਂ ਜਿੱਤੀਆਂ ਜੀ ਤੇ ਸੰਗਤ ਨੇ ਸਾਨੂੰ 78% ਵੋਟ ਪਾਏ। ਇਹ ਹੁੰਗਾਰਾ ਮਿਲਣ ਕਰਕੇ ਅਸੀਂ ਬਹੁਤ ਖੁਸ਼ ਹੋਏ, ਕਿਉਂਕਿ ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਕੋਈ ਨਹੀਂ ਸੀ। ਅਸੀਂ ਸਧਾਰਨ ਬੰਦੇ ਸਾਂ, ਨਾ ਸਾਡੇ ਕੋਲ ਕੈਂਡੀਡੇਟ ਸੀ, ਨਾ ਸਾਡੇ ਕੋਲ ਕੋਈ ਇਨਫਰਾਸਟਰਕਚਰ ਸੀਗਾ ਤੇ ਸੰਗਤ ਦਾ ਪਿਆਰ ਸਾਡੇ ਕੋਲ ਵਾਧੂ ਸੀਗਾ, ਕਿਉਂਕਿ ਸੰਗਤ ਇਸ ਗੱਲੋਂ ਦੁਖੀ ਸੀਗੀ ਕਿ ਇੱਥੋਂ ਦੇ ਸਾਰੇ ਗੁਰਦੁਆਰਾ ਸਾਹਿਬਾਨ ਦਾ ਜੋ ਵੀ ਗੋਲਕ ਹੈ ਜਾਂ ਜ਼ਮੀਨ 6-7 ਹਜ਼ਾਰ ਏਕੜ ਜ਼ਮੀਨ ਹੈ ਹਰਿਆਣੇ ਦੇ ਵਿੱਚ, ਉਹ ਸਾਰੇ ਦਾ ਜਿਹੜਾ ਪੈਸਾ ਹੈ ਉਹ ਸ੍ਰੀ ਅੰਮ੍ਰਿਤਸਰ ਚਲਾ ਜਾਂਦਾ ਹੈ ਤੇ ਉੱਥੇ ਲੱਗਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਰਾਜਨੀਤਿਕ ਜਾਂ ਧਾਰਮਿਕ ਜਾਂ ਸਮਾਜਿਕ ਹਿੱਤਾਂ ਲਈ ਵਰਤਦੀ ਹੈ। ਹਰਿਆਣੇ ਦੇ ਕਿਸੇ ਵੀ ਥਾਂ ਦੇ ਉੱਤੇ ਕਦੀ ਇਹਨਾਂ ਨੇ ਕੋਈ ਸਕੂਲ, ਕਾਲਜ, ਹਸਪਤਾਲ ਜਾਂ ਦੂਜੀ ਤੀਜੀ ਕੋਈ ਚੀਜ਼ ਨਹੀਂ ਬਣਾਈ। ਇੱਥੋਂ ਤੱਕ ਕਿ ਬਣੀ ਬਦਰਪੁਰ ਗੁਰਦੁਆਰਾ ਹੈ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ, ਤਹਿਸੀਲ ਲਾਡਵਾ ਵਿੱਚ, ਤਾਂ ਉਸ ਗੁਰਦੁਆਰੇ ਦੀ 32 ਏਕੜ ਜ਼ਮੀਨ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ। ਮੈਂ ਪਰਸਨਲੀ ਜਾ ਕੇ ਜਦੋਂ ਮੈਂ ਮੈਂਬਰ ਐਸਜੀਪੀਸੀ ਬਣ ਗਿਆ ਤਾਂ ਮੈਂ ਬੀਬੀ ਜਗੀਰ ਕੌਰ ਨੂੰ ਕਿਹਾ, ਮੈਂ ਕਿਹਾ ਬੀਬੀ ਜੀ ਇਹ ਗੁਰਦੁਆਰਾ ਛੋਟਾ ਜਿਹਾ ਗੁਰਦੁਆਰਾ ਹੈ ਪਰ ਬੜਾ ਇਤਿਹਾਸਕ ਹੈ। ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸਨ ਤੇ ਉਸ ਗੁਰਦੁਆਰੇ ਦੀ 4 ਦੀਵਾਰੀ ਵੀ ਨਹੀਂ ਹੈਗੀ। ਉੱਥੇ ਅਵਾਰਾ ਪਸ਼ੂ, ਅਵਾਰਾ ਕੁੱਤੇ ਉੱਥੇ ਫਿਰਦੇ ਰਹਿੰਦੇ ਨੇ। ਗੁਰੂ ਘਰ ਦੀ ਬੜੀ ਵੱਡੀ ਬੇਹੁਰਮਤੀ ਹੁੰਦੀ ਹੈ ਤੇ ਕਿਰਪਾ ਕਰੋ ਉਹਦੇ ਦੁਆਲੇ ਘੱਟੋ ਘੱਟ 4 ਦੀਵਾਰੀ ਤੇ ਕਰਾ ਦਿਓ। ਉਹ 4 ਦੀਵਾਰੀ ਇਹਨਾਂ ਨੇ 2014 ਤੱਕ ਵੀ ਨਹੀਂ ਸੀ ਕਰਵਾਈ। ਪਰ ਤੁਸੀਂ ਗੁਜ਼ਾਰਿਸ਼ ਵੀ ਕਰ ਸਕਦੇ ਸੀ, ਇਹਦੇ ਲਈ ਲਾਜ਼ਮੀ ਤਾਂ ਨਹੀਂ ਸੀਗਾ ਕਿ ਕਮੇਟੀ ਵੱਖ ਹੋ ਜਾਣੀ ਚਾਹੀਦੀ ਹੈ? ਕਮੇਟੀ ਵੱਖ ਹੋਣ ਦਾ ਜਿਹੜਾ ਸੀ ਨਾ ਐਕਟ, ਉਹ ਜਦੋਂ ਪੰਜਾਬ ਪੁਨਰ ਗਠਨ ਐਕਟ 1966 ਬਣਿਆ ਅਕਾਲੀਆਂ ਦੀ ਮੰਗ ਦੇ ਉੱਤੇ, ਉਸ ਐਕਟ ਦੇ ਉੱਤੇ ਦਸਖਤ ਅਕਾਲੀਆਂ ਦੇ ਨੇ ਕਿ ਇਹਨੂੰ ਬਾਈਫਰਕੇਟ ਕਰ ਦਿਓ। ਤਾਂ ਉਹਦੇ ਸੈਕਸ਼ਨ 72 ਦੇ ਵਿੱਚ ਹਰਿਆਣੇ ਦੀ, ਹਿਮਾਚਲ ਦੀ ਤੇ ਯੂਟੀ ਚੰਡੀਗੜ੍ਹ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਪ੍ਰਾਵਧਾਨ ਪਾਰਲੀਮੈਂਟ ਨੇ 1966 ਵਿੱਚ ਹੀ ਕਰ ਦਿੱਤਾ ਸੀਗਾ, ਸਾਈਮਲਟੇਨੀਅਸਲੀ ਵਿਦ ਦੀ ਪੰਜਾਬੀ ਸੂਬਾ। ਪਰ ਅਕਾਲੀ ਤਾਂ ਉਲਟਾ ਇਹ ਐਲੀਗੇਸ਼ਨ ਲਾ ਰਹੇ ਆ, ਕਹਿੰਦੇ ਕਿ ਇਹ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ, ਸਿੱਖਾਂ ਨੂੰ ਵੰਡਿਆ ਜਾ ਰਿਹਾ। ਇਹ ਭਾਜਪਾ ਦੀ ਪੋਲਿਟਿਕਸ ਹੈਗੀ ਆ ਕਿ ਸਿੱਖਾਂ ਨੂੰ ਆਪਸ ਦੇ ਵਿੱਚ ਲੜਾ ਕੇ ਤੇ ਆਪਸ 'ਚ ਵੰਡ ਦਿਓ। ਕਹਿੰਦੇ ਬਿਲਕੁਲ ਗਲਤ ਆ ਔਰ ਉਹ ਸੰਘਰਸ਼ ਵਿੱਢਣ ਦੀ ਵੀ ਗੱਲ ਕਰ ਰਹੇ ਨੇ ਇਹਦੇ ਖਿਲਾਫ। ਇਹ ਬਿਆਨ ਅਸੀਂ ਜਦੋਂ ਦੀ ਇਹ ਵੱਖਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ, ਇਸ ਕਿਸਮ ਦਾ ਬਿਆਨ ਨਹੀਂ
ਇਸ ਕਿਸਮ ਦਾ ਝੂਠ ਵੀ ਨਹੀਂ, ਰਜਮਾ ਕੁਫਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਆਪਣੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀਆਂ ਦੇ ਸਾਰੇ ਪ੍ਰਧਾਨ, ਤੇ ਹੁਣ ਇਸ ਵਕਤ ਵੀ ਧਾਮੀ ਸਾਹਿਬ ਦਾ ਵੀ ਜਿਹੜਾ ਬਿਆਨ ਆਇਆ ਹੈ ਸੁਪਰੀਮ ਕੋਰਟ ਦਾ ਫੈਸਲਾ ਹੋਣ ਤੋਂ ਬਾਅਦ ਉਹ ਮੈਂ ਪੜ੍ਹਿਆ। ਮੈਂ ਇਹ ਗੱਲ ਪੁੱਛਣੀ ਚਾਹਾਂਗਾ ਕਿ ਜੇ ਇਹ ਜਿਹੜਾ ਸੈਕਸ਼ਨ 72 ਜਿਹਦਾ ਮੈਂ ਜ਼ਿਕਰ ਕੀਤਾ ਹੈ, ਸਾਨੂੰ ਤਾਂ ਪਤਾ ਨਹੀਂ ਸੀ ਹਰਿਆਣਾ ਦੇ ਕਿਸੇ ਬੰਦੇ ਨੂੰ, ਤਾਂ ਇਹ ਪਾਰਲੀਮੈਂਟ 'ਚ ਫੈਸਲਾ ਹੋਇਆ ਹੈ ਤੇ ਪਾਰਲੀਮੈਂਟ ਦੇ ਮੈਂਬਰਾਂ ਨੇ ਅਪਰੂਵ ਕੀਤਾ ਤਾਂ ਹੀ ਹੋਇਆ ਨਾ। ਤਾਂ ਉਸ ਵਕਤ ਇਸ ਗੱਲ ਦੀ ਵਿਵਸਥਾ ਨਾ ਕਰਦੇ, ਜੇ ਵਿਵਸਥਾ ਸੈਕਸ਼ਨ 72 ਦੀ ਇਹ ਨਾ ਕਰਦੇ ਕਿ ਹਰ ਸੂਬੇ ਦੀ, ਚਾਹੇ ਹਰਿਆਣਾ ਹੈ, ਚਾਹੇ ਹਿਮਾਚਲ ਹੈ, ਚਾਹੇ ਯੂਟੀ ਚੰਡੀਗੜ੍ਹ ਹੈ, ਉਹਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਪਾਬੰਦ ਉੱਥੋਂ ਦੀ ਸਰਕਾਰ ਹੋਵੇਗੀ। ਔਰ ਉੱਥੇ ਲਫ਼ਜ਼ ਸ਼ੈਲ ਲਿਖਿਆ ਹੋਇਆ ਹੈ ਜੀ। ਸ਼ੈਲ ਜਿਹੜਾ ਲਫ਼ਜ਼ ਹੈ ਉਹਦਾ ਮਤਲਬ ਜਿਸ ਅਥਾਰਟੀ ਨੇ ਇਹ ਅਧਿਕਾਰ ਦਿੱਤੇ ਨੇ ਉਹਦੇ ਕੋਲ ਵੀ ਅਧਿਕਾਰ ਨਹੀਂ ਰਹਿ ਜਾਂਦੇ ਵਾਪਸ ਲੈਣ ਦੇ। ਠੀਕ ਹੈ। ਤੇ ਸ਼ੈਲ ਦਾ ਮਤਲਬ ਲਾਜ਼ਮੀ ਹੈ, ਆਪਸ਼ਨਲ ਨਹੀਂ ਹੁੰਦਾ। ਤੇ ਜਦੋਂ ਕੋਈ ਆਪਸ਼ਨਲ ਨਹੀਂ ਹੈਗਾ, ਇਹ ਸਾਰੀ ਲਾਜ਼ਮੀ ਅਧਿਕਾਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਪਾਰਲੀਮੈਂਟ ਨੇ, ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ, ਜਿਹੜੇ ਪੰਜਾਬੀ ਸੂਬੇ ਵਾਸਤੇ ਇਹਨਾਂ ਨੇ ਇੰਨਾ ਚਿਰ ਲੰਮੀ ਲੜਾਈ ਲੜੀ, ਇਹ ਉਹਦੇ ਨਤੀਜੇ ਦੇ ਤੌਰ ਤੇ ਮਿਲੀ ਹੈ। ਔਰ ਅਸੀਂ ਜੋ ਉਸ ਵਕਤ ਪਾਰਲੀਮੈਂਟ ਸੀ ਉਹਨਾਂ ਦੀ ਸੋਚ ਤੋਂ ਅਸੀਂ ਬੜੇ ਖੁਸ਼ ਹਾਂ, ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਫੋਰਸਾਈਟ ਦੇ ਤੌਰ ਦੇ ਉੱਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਵਸਥਾ ਕਰ ਦਿੱਤੀ, ਜਿਹਦੇ ਨਤੀਜੇ ਦੇ ਤੌਰ ਤੇ ਉਸ ਕਾਨੂੰਨ ਦਾ ਸਹਾਰਾ ਲੈ ਕੇ ਅਸੀਂ 14 ਸਾਲ ਲੜਾਈ ਲੜੀ ਤੇ 2014 ਵਿੱਚ ਹੁੱਡਾ ਸਾਹਿਬ ਨੇ ਸਾਡੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਅਸੀਂ ਉਹਨਾਂ ਦਾ ਜਿਨ੍ਹਾਂ ਵੀ ਸਾਡੀ ਇਸ ਮਾਮਲੇ 'ਚ ਜੋ ਮਦਦ ਕੀਤੀ ਹੈ, ਅਸੀਂ ਉਹਨਾਂ ਦਾ ਓਪਨਲੀ ਸਵਾਗਤ ਕਰ। ਪਰ ਸਿੱਖਾਂ ਦਾ ਇੱਕ ਤਬਕਾ ਇਸ ਗੱਲ ਨੂੰ ਕ੍ਰਿਟੀਸਾਈਜ਼ ਵੀ ਕਰਦਾ ਹੈ, ਕਹਿੰਦਾ ਕਿ ਜਿਹੜੇ ਵੱਖ ਹੋ ਰਹੇ ਸਿੱਖ ਨੇ, ਵੱਖਰੀ ਕਮੇਟੀ ਦੀ ਗੱਲ ਕਰਦੇ ਨੇ, ਇਹ RSS ਦੇ ਬੰਦੇ ਆ, ਇਹ ਭਾਜਪਾ ਦੇ ਬੰਦੇ ਆ, ਇਹ ਸਿੱਖਾਂ 'ਚ ਫੁੱਟ ਪਾਉਣ ਵਾਸਤੇ ਆਏ ਆ। ਝੀਂਡਾ ਸਾਹਿਬ ਨੂੰ ਵੀ ਇਲਜ਼ਾਮ ਸਹਿਣੇ ਪੈ ਰਿਹਾ, ਦਾਦੂਵਾਲ ਹੋਰਾਂ 'ਤੇ ਵੀ ਇਹ ਐਲੀਗੇਸ਼ਨ ਲੱਗਦੇ ਆ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਵੀ ਇਸੇ ਹੀ ਘੇਰੇ ਦੇ ਅੰਦਰ ਗਿਣਿਆ ਜਾਊਗਾ ਕਿ ਭਾਈ ਤੁਸੀਂ ਸਿੱਖਾਂ ਨੂੰ ਇਕੱਠੇ ਕਰਨ ਦੀ ਬਜਾਏ ਸਿੱਖਾਂ ਨੂੰ ਆਪਸ ਦੇ ਵਿੱਚ ਪਾੜਨ ਦਾ ਕੰਮ ਕਰ ਰਹੇ ਹੋ? ਮੈਂ ਇਹ ਪੁੱਛਣਾ ਚਾਹਾਂਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ, ਸ਼ਾਇਦ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਰਦਾਰ ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਆਲ ਇੰਡੀਆ ਗੁਰਦੁਆਰਾ ਪੈਨਲ ਬਣਾਉਣ ਵਾਸਤੇ ਇੱਕ ਕਮੇਟੀ ਕਾਂਸਟੀਚਿਊਟ ਕੀਤੀ ਸੀ। ਉਹ ਬਣਾ ਲੈਂਦੇ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਕੀ ਸੀ ਇਤਰਾਜ਼? ਅਸੀਂ ਤਾਂ ਇਸ ਗੱਲ 'ਤੇ ਖੁਸ਼ ਹਾਂ ਕਿ ਵੀ ਵਾਘੇ ਤੋਂ ਲੈ ਕੇ ਤੇ ਤੋੜ ਬੰਬਈ ਤੱਕ, ਗੋਆ ਤੱਕ ਸਾਰੇ ਜਿਹੜੇ ਸਿੱਖ ਜਿੱਥੇ ਜਿੱਥੇ ਵੱਸਦੇ ਨੇ ਉਹ ਧਾਰਮਿਕ ਤੌਰ 'ਤੇ ਇੱਕ ਲੜੀ 'ਚ ਪਰੋਏ ਜਾਣ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਲੱਗ ਗਿਆ ਜਿਸ ਵਕਤ ਉਹਨਾਂ ਨੇ ਇਹ ਖਰੜਾ ਤਿਆਰ ਕਰਵਾਇਆ, ਤਾਂ ਵੱਖੋ ਵੱਖਰੇ ਪਾਸੇ ਜੋ ਉਹਨਾਂ ਨੇ ਇਨਪੁਟ ਲਿਆ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅੱਜ ਜਿਹੜੀ ਮੇਰੀ ਸਰਦਾਰੀ ਹੈ ਉਹ ਖਤਮ ਹੋ ਜਾਏਗੀ। ਫਿਰ ਪੰਜਾਬ ਇੱਕ ਸੂਬਾ ਹੋਵੇਗਾ। ਪੰਜਾਬ ਨਾਲੋਂ ਵੱਧ ਬਾਹਰ ਵੱਸਦੇ ਨੇ ਲੋਕ ਜੀ, ਸਿੱਖ, ਉਹ ਸਾਰੇ ਇਕੱਠੇ ਹੋਣਗੇ ਤੇ ਪੰਜਾਬ ਦੇ ਵਿੱਚ ਵੀ ਮੇਰੀ ਮੁਖਾਲਫਤ ਹੈ, ਉਹ ਵੀ ਇਕੱਠੇ ਹੋਣਗੇ। ਸਾਰਿਆਂ ਨੇ ਇਕੱਠਿਆਂ ਹੋ ਕੇ ਫਿਰ ਮੇਰਾ ਤਾਂ ਜੋ ਇਸ ਵਕਤ ਹਰ ਸਾਲ SGPC ਦੀ ਐਗਜ਼ੈਕਟਿਵ 15 ਮੈਂਬਰੀ ਐਗਜ਼ੈਕਟਿਵ ਬਾਡੀ ਵਾਸਤੇ ਜੋ ਮੈਂ ਆਪਣੀ ਜੇਬ ਵਿੱਚੋਂ ਪ੍ਰਧਾਨ ਤੇ ਜਨਰਲ ਸੈਕਟਰੀ ਤੇ ਦੂਜੇ ਤੀਜੇ ਦੇ ਨਾਂ ਕੱਢਣਾ, ਉਹ ਤਾਂ ਮੇਰੀ ਤਾਕਤ ਖਤਮ ਹੋ ਜਾਏਗੀ। ਤਾਂ ਉਹਨਾਂ ਨੇ ਉਹ ਆਈਡੀਆ ਡਰਾਪ ਕਰ ਦਿੱਤਾ। ਤਾਂ ਕਸੂਰਵਾਰ 100% ਇਹ ਨੇ। ਇਸ ਵਕਤ ਸਹੀ ਪੋਜੀਸ਼ਨ ਇਹ ਹੈ ਕਿ ਇਹ ਬਹੁਤ ਡਰ ਗਏ ਨੇ ਕਿ ਜਿਹੜੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ, ਅਸੀਂ ਲੋਕਾਂ ਦੀ ਰੈਪੂਟੇਸ਼ਨ 'ਚ, ਸਿੱਖਾਂ ਦੀ ਰੈਪੂਟੇਸ਼ਨ ਦੇ 'ਚ ਅਸੀਂ ਜ਼ੀਰੋ 'ਤੇ ਚਲੇ ਗਏ। ਔਰ ਉਹਨਾਂ ਨੂੰ ਇਸ ਗੱਲ ਦਾ ਬੜਾ ਵੱਡਾ ਵਿਦਰੋਹ ਜਾਪਦਾ ਹੈ। ਉਸ ਵਿਦਰੋਹ ਤੋਂ ਬਚਣ ਵਾਸਤੇ ਇਹ ਰੱਜ ਕੇ ਝੂਠ ਬੋਲਣ, ਮਿਸ ਲੋਕ ਇਹ ਵੀ ਕਹਿੰਦੇ ਨੇ ਕਿ ਭਾਜਪਾ ਦੀ ਅਕਾਲੀਆਂ ਦੇ ਨਾਲ ਅਣਬਣ ਹੋ ਗਈ ਹੈ, ਇਸ ਕਰਕੇ ਭਾਜਪਾ ਨੂੰ ਪਤਾ ਹੈ ਕਿ ਜੇ ਬਾਦਲਾਂ ਦੀ ਸਰਕਾਰ ਨਾ ਵੀ ਹੋਵੇ ਤਾਂ SGPC ਇਹਨਾਂ ਦੀ ਇੱਕ ਸਰਕਾਰ ਮੰਨੀ ਜਾਂਦੀ ਹੈ। ਇਸੇ ਕਰਕੇ ਕਹਿੰਦੇ ਪਹਿਲਾਂ ਦਿੱਲੀ ਉਹਨਾਂ ਨੇ ਕਬਜ਼ਾ ਕਰ ਲਿਆ, ਹੁਣ ਹਰਿਆਣਾ ਕਰ ਲਿਆ, ਔਰ ਕਹਿੰਦੇ ਹੁਣ ਪੰਜਾਬ ਦੀ ਤਿਆਰੀ ਹੈ। ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ BJP ਇਹ ਕਰਨ ਜਾ ਰਹੀ ਹੈ? ਨਹੀਂ, ਮੈਂ ਆਈ ਹੈਵ ਨੋ ਸੱਚ ਇਨਫੋਰਮੇਸ਼ਨ। ਮੇਰੇ ਕੋਲ ਇਸ ਕਿਸਮ ਦੀ ਕੋਈ ਜਾਣ। ਤੁਹਾਨੂੰ ਹਰਿਆਣਾ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਕੋਈ ਭਾਜਪਾ ਦਾ ਹੱਥ ਲੱਗਦਾ? ਦੇਖੋ, ਅਜੇ ਤੱਕ ਤਾਂ ਮੈਨੂੰ ਕੋਈ ਲੱਗਾ ਨਹੀਂ। ਮੈਨੂੰ ਤਾਂ ਇਹੀ ਲੱਗਦਾ ਹੈ ਕਿ ਹਰਿਆਣੇ ਦੇ ਸਿੱਖ ਜਿਹੜੇ ਨੇ ਉਹ ਆਪਣੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਚਾਹੁੰਦੇ ਨੇ। ਉਹਨਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਵਮੈਂਟ ਸ਼ੁਰੂ ਕੀਤੀ ਤੇ ਸਾਡੇ ਵਿਰੁੱਧ ਸੁਪਰੀਮ ਕੋਰਟ ਵਿੱਚ ਤਾਂ ਅਕਾਲੀ ਦਲ ਹੀ ਗਿਆ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਈ ਹੈ। ਹਾਂਜੀ, ਤੇ ਉਹਨਾਂ ਨੇ ਸਾਡੇ 9 ਸਾਲ ਹੋਰ ਗਵਾ ਦਿੱਤੇ। ਤੁਸੀਂ ਕਿਹਾ ਕਿ ਅਸੀਂ ਗੁਰਦੁਆਰਿਆਂ ਦੀ ਸੇਵਾ ਤੇ ਸਾਂਭ ਸੰਭਾਲ ਦੇ ਲਈ ਅਸੀਂ ਵੱਖਰੀ ਐਸਜੀਪੀਸੀ ਜਿਹੜੀ ਆ ਉਹ ਸਥਾਪਿਤ ਕੀਤੀ ਹੈ ਹਰਿਆਣਾ। ਹਾਂਜੀ ਹਾਂਜੀ ਹਾਂਜੀ। ਪਰ ਕੀ ਤੁਸੀਂ ਫਿਰ ਅਕਾਲ ਤਖਤ ਇੱਕੋ ਮੰਨੋਗੇ, ਉਹਦੀ ਮਰਿਆਦਾ ਨੂੰ ਮੰਨਦੇ ਹੋ? ਦੇਖੋ ਜੀ, ਅਕਾਲ ਤਖਤ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਪਿਤ ਹੈ ਹਾਂ ਤੇ ਉਹ ਅਕਾਲ ਤਖਤ ਹੈ ਜੀ। ਹਾਂਜੀ। ਕੋਈ ਇਸ ਕਿਸਮ ਦਾ ਤਖਤ ਸਥਾਪਿਤ ਕਰਨ ਦੀ ਨਾ ਕੋਈ ਹੋਰ ਓਡੀ ਵੱਡੀ ਪ੍ਰਤਿਭਾ ਵਾਲਾ ਬੰਦਾ ਪੈਦਾ ਹੋਵੇਗਾ ਤੇ ਨਾ ਹੀ ਜ਼ਰੂਰਤ ਕਰੇਗਾ। ਇਹ ਜੁਗੋ ਜੁਗ ਅਟੱਲ ਹੈ ਸ੍ਰੀ ਅਕਾਲ ਤਖਤ ਸਾਹਿਬ, ਔਰ ਸਾਰੀ ਦੁਨੀਆ ਦਾ ਜਿਹੜਾ ਸਿੱਖ ਹੈ ਉਹ ਨਤਮਸਤਕ ਹੁੰਦਾ ਹੈ। ਹਰਿਆਣੇ ਦੇ ਸਿੱਖ ਕੋਈ ਐਕਸੈਪਸ਼ਨ ਨਹੀਂ ਹੈਗੇ, ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ। ਪਰ ਤੁਹਾਨੂੰ ਜਦੋਂ ਛੇਕਿਆ ਗਿਆ ਤੁਸੀਂ ਫਿਰ ਉੱਥੇ ਜਾ ਕੇ ਤੇ ਨਤਮਸਤਕ ਕਿਉਂ ਨਾ ਹੋਏ? ਝੀਂਡਾ ਸਾਹਿਬ ਤੋਂ ਉੱਥੇ ਜਾ ਕੇ ਵੀ ਹੈ, ਤੁਸੀਂ ਮਾਫੀ ਕਿਉਂ ਨਾ ਮੰਨੀ? ਦੇਖੋ, ਇਹ ਇੱਕ ਇਸ਼ੂ ਜਿਹੜਾ ਨਾ, ਉਹ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਦੇ ਤਹਿਤ ਰਾਤ 12 ਵਜੇ ਤੋਂ ਬਾਅਦ ਹੁਕਮ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੇਟ ਨਾਈਟ ਚਿੱਠੀ ਕਢਵਾ ਕੇ ਅਖਬਾਰਾਂ ਦੇ ਵਿੱਚ ਦਿੱਤੀ ਗਈ ਕਿ ਇਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਛੇਕ ਦਿਓ। ਹਾਲਾਂਕਿ ਉਸ ਵਕਤ ਤਖਤਾਂ ਦੇ ਜਥੇਦਾਰ ਅੰਮ੍ਰਿਤਸਰ ਸਾਹਿਬ ਵਿਖੇ 1-2 ਹੀ ਸਨ। ਉਹ ਕਹਿੰਦੇ ਜੀ ਬਾਅਦ 'ਚ ਤੁਸੀਂ ਦਸਤਖਤ ਕਰਦੇ ਰਿਹਾ ਜੀ, ਇਹ ਚੁੱਪ ਕਰਕੇ ਨਾ ਅਖਬਾਰਾਂ ਵਿੱਚ ਬਿਆਨ ਦੇ ਦਿਓ, ਤੇ ਸਾਨੂੰ ਤਿੰਨਾਂ ਨੂੰ ਛੇਕ ਦਿੱਤਾ ਗਿਆ। ਤਾਂ ਉਸ ਵਕਤ ਦੇ ਅਸੀਂ ਛੇਕੇ ਹੋਏ ਹਾਂ। ਮੈਂ ਤਾਂ ਇਹੀ ਗੱਲ ਮਹਿਸੂਸ ਕਰਨਾ ਕਿ ਮੈਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਵਮੈਂਟ ਸ਼ੁਰੂ ਕੀਤੀ ਸੀ। ਹਰਿਆਣੇ ਦੇ ਸਿੱਖਾਂ ਨੇ ਬੜਾ ਸਾਥ ਦਿੱਤਾ ਹੈ। ਮੈਂ ਹਰਿਆਣੇ ਦੇ ਸਿੱਖ ਸੰਗਤ ਨੂੰ ਪਿੱਠ ਨਹੀਂ ਵਿਖਾ ਸਕਦਾ ਸਾਂ, ਗਦਾਰ ਨਹੀਂ ਕਵਾ ਸਕਦਾ ਸਾਂ, ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਹ ਮੂਵਮੈਂਟ ਸ਼ੁਰੂ ਕੀਤੀ। ਸਾਰੀ ਹਰਿਆਣੇ ਦੀ ਸਿੱਖ ਸੰਗਤ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ। ਤੁਸੀਂ ਲੋਕਾਂ ਨੂੰ ਬੇਸ਼ੱਕ ਨਲਵੀ ਸਾਹਿਬ ਪਿੱਠ ਨਹੀਂ ਵਿਖਾਈ, ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਸੀਂ ਮਰਿਆਦਾ ਭੰਗ ਕੀਤੀ ਹੈ ਜਥੇਦਾਰ ਸਾਹਿਬ ਦੀ, ਔਰ ਖਾਸ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੀ? ਕਿਉਂਕਿ ਜਥੇਦਾਰ ਹੀ ਜਿਹੜਾ ਉਹ ਰੁਤਬੇ ਵਾਲਾ ਅਹੁਦਾ ਮੰਨਿਆ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦਾ, ਤੇ ਹੁਣ ਤੱਕ ਵੀ ਇਸੇ ਤਰ੍ਹਾਂ ਹੋਇਆ। ਜਥੇਦਾਰ ਵੀ ਥਾਪੇ ਗਏ ਸੀਗੇ, ਫਿਰ ਤੁਸੀਂ ਮਰਿਆਦਾ ਕਿਹੜੀ ਨੂੰ ਮੰਨਦੇ ਹੋ? ਮੈਂ ਮਰਿਆਦਾ ਮੰਨਣਾ 10 ਪਾਤਸ਼ਾਹੀ ਸਾਹਿਬਾਨ ਦੀ। ਗੁਰੂ ਨਾਨਕ ਸਾਹਿਬ ਨੇ ਆਜ਼ਾਦੀ ਲਈ ਉਸ ਵਕਤ ਦੀ ਹਕੂਮਤ ਦੇ ਵਿਰੁੱਧ ਆਪਣੀ ਮੂਵਮੈਂਟ ਸ਼ੁਰੂ ਕੀਤੀ, ਬੁਲੰਦ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਲਾ ਦਿੱਤਾ। ਆਜ਼ਾਦੀ ਲੈਣੀ ਇਹ ਹਰ ਬੰਦੇ ਦਾ ਬਰਥ ਰਾਈਟ ਹੈ, ਔਰ ਮੈਂ ਨਿਮਰਤਾ ਸਹਿਤ ਇਹ ਗੱਲ ਕਹਿਣੀ ਚਾਹਾਂਗਾ ਕਿ ਆਜ਼ਾਦੀ ਨੂੰ ਰੋਕਣ ਦਾ ਅਧਿਕਾਰ, ਇਹ ਆਜ਼ਾਦ ਹਸਤੀ ਤਾਂ ਸਾਨੂੰ ਪਾਰਲੀਮੈਂਟ ਦੇ ਰਾਹੀਂ ਅਕਾਲ ਤਖਤ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਸੀ। ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਉਸ ਤੋਂ ਰੋਕਣ ਦਾ ਅਧਿਕਾਰ ਇਹ ਜ਼ਬਰਦਸਤੀ ਜ਼ੋਰ ਪਾ ਕੇ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਸਾਡੇ ਵਿਰੁੱਧ ਵਰਤਿਆ ਹੈ। ਮੈਂ ਇਹ ਚਾਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਆਪਣੇ ਫੈਸਲੇ 'ਤੇ ਮੁੜ ਪੁਨਰ ਵਿਚਾਰ ਕਰਨਾ ਹੀ ਯੋਗ ਬਣਦਾ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬਾਨ ਵੱਲੋਂ ਆਜ਼ਾਦ ਹਸਤੀ ਆਪਣੀ ਜਿਉਣੀ ਇਹ ਜਿਹੜੀ ਹੈ ਨਾ ਇਹ ਵਾਜਬ ਮੰਨੀ ਗਈ ਹੈ। ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬੇ ਸ਼ੇਖ ਫਰੀਦ ਦਾ ਸਲੋਕ ਹੈ, ਜਿਹਦਾ ਸਧਾਰਨ ਅਰਥਾਂ 'ਚ ਮਤਲਬ ਇਹ ਆ ਕਿ ਵੀ ਜੇ ਤੂੰ ਸਾਨੂੰ ਸਾਡੀ ਆਜ਼ਾਦ ਹਸਤੀ ਨਹੀਂ ਦੇਣੀ, ਨਹੀਂ ਇਸ ਗੱਲ ਦਾ ਅਧਿਕਾਰ ਦੇਣਾ, ਤਾਂ ਇਹ ਬੇਸ਼ੱਕ ਮੇਰਾ ਸਰੀਰ ਵੀ ਲੈ ਲੈ। ਪਰ ਤਲਬ ਕੀਤੇ ਜਾਣ ਦੀ ਪਾਲਣਾ ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਵੀ ਕੀਤੀ ਸੀ। ਸਰ, ਇਸ਼ੂਜ਼ ਵੱਖਰੇ ਹੋ ਸਕਦੇ ਨੇ। ਹਾਂਜੀ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਇਹ ਬਾਰ-ਬਾਰ ਕਹਿੰਦੇ ਨੇ ਕਿ ਇਹ ਪੰਥ ਦੀ ਆਹ ਲੋੜ ਹੈ, ਪੰਥ ਦੀ ਆਹ ਗੱਲਬਾਤ ਹੈ। ਕੀ ਪੰਥ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦਸੇ ਗੁਰੂ ਸਾਹਿਬਾਨ ਉਹ ਇਕੱਲਾ ਅੰਮ੍ਰਿਤਸਰ ਵਿੱਚ ਦੇ ਗਏ? ਜਿਹੜਾ ਇਸ ਵਕਤ ਅਮਰੀਕਾ 'ਚ ਰਹਿੰਦਾ, ਕੈਨੇਡਾ 'ਚ ਰਹਿੰਦਾ ਹੈ, ਤੇ ਉਹ ਪੰਥ ਦੇ ਝੰਡੇ ਬੁਲੰਦ ਕਰ ਰਿਹਾ ਹੈ, ਸਿੱਖੀ ਦੇ ਝੰਡੇ ਬੁਲੰਦ ਕਰ ਰਿਹਾ ਹੈ ਆਪਣੇ ਨੇਕ ਕਾਰਨਾਮੇ ਦੇ ਰਾਹੀਂ। ਹਾਂਜੀ, ਤੇ ਲੰਗਰ ਲੱਗ ਰਹੇ ਨੇ ਗੁਰੂ ਸਾਹਿਬ ਦੀ ਚਲਾਈ ਪ੍ਰਥਾ ਦੇ ਮੁਤਾਬਕ, ਸਾਰੀ ਦੁਨੀਆ ਨੂੰ ਅਸੀਂ ਲੰਗਰ ਛਕਾ ਰਹੇ ਹਾਂ। ਹਾਂਜੀ, ਤਾਂ ਕੀ ਉਹ ਸਿੱਖ ਨਹੀਂ ਗਏ? ਉਹ ਪੰਥ ਨਹੀਂ ਹੈਗਾ? ਪੰਥ ਕੀ ਕਿਸੇ ਕਿਤਾਬ 'ਚ ਲਿਖਿਆ ਹੋਇਆ, ਕਿਸੇ ਧਾਰਮਿਕ ਪੁਸਤਕ 'ਚ ਲਿਖਿਆ ਹੈ ਕਿ ਜਿਹੜੀ ਪੰਥ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਅਵਤਾਰ ਧਾਰਨਗੇ ਤੇ ਇਹ ਉਹਨਾਂ ਦੀ ਇਜਾਜ਼ਤਦਾਰੀ ਹੋਵੇਗੀ। ਇਹ ਹੈ ਨਹੀਂ ਕਿਧਰੇ ਲਿਖਿਆ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਥੇਦਾਰ ਜਿਹੜਾ ਕੰਟਰੋਲ ਆ ਉਹ ਬਾਦਲਾਂ ਦੇ ਹੱਥ 'ਚ, ਇਸ ਕਰਕੇ ਤੁਸੀਂ ਜਥੇਦਾਰ ਦੀ ਆਦੇਸ਼ ਨੂੰ ਨਹੀਂ ਮੰਨਦੇ? ਨਹੀਂ ਸਰ, ਜਥੇਦਾਰ ਸਾਹਿਬ ਨੇ
ਜਿਹੜਾ ਆਦੇਸ਼ ਜਾਰੀ ਕੀਤਾ ਹੈ ਉਹ ਸਿੱਖ ਪਰੰਪਰਾ ਦੇ ਅਨੁਸਾਰ ਹੀ ਨਹੀਂ ਗਾ। ਜਥੇਦਾਰ ਸਾਹਿਬ ਕੋਲੋਂ ਜਿਹੜਾ ਆਦੇਸ਼ ਜਾਰੀ ਕਰਵਾਇਆ ਗਿਆ ਹੈ ਉਹ ਜਿਹੜੇ ਇਹਨਾਂ ਨੇ ਪੰਜਾਬੀ ਸੂਬਾ ਮੰਗਿਆ ਸੀ ਤੇ ਪਾਰਲੀਮੈਂਟ 'ਚ ਸੈਕਸ਼ਨ 72 ਸ਼ਾਮਲ ਕੀਤਾ ਸੀ, ਜਿਹਦੇ ਤਹਿਤ ਸਾਨੂੰ ਅਧਿਕਾਰ, ਜੇ ਪਾਰਲੀਮੈਂਟ ਦੇ ਅਕਾਲੀ ਮੈਂਬਰ ਉਹਦੇ ਦਸਤਖਤ ਨਾ ਕਰਦੇ ਸਾਡੇ ਸੈਕਸ਼ਨ 72 ਉੱਤੇ, ਤਾਂ ਸਾਨੂੰ ਇਹ ਅਧਿਕਾਰ ਮਿਲਣਾ ਹੀ ਨਹੀਂ ਸੀਗਾ। ਇੱਕ ਸਵਾਲ ਹੋਰ ਮੇਰਾ, ਤੁਹਾਡੇ ਤੇ ਝੀਂਡਾ ਸਾਹਿਬ ਦੀ ਜੇਕਰ ਡਿਮਾਂਡ ਇੱਕੋ ਸੀ, ਮਕਸਦ ਇੱਕੋ ਸੀ, ਫਿਰ ਰਾਹ ਵੱਖੋ ਵੱਖ ਕਿਵੇਂ ਹੋ ਗਏ ਤੁਹਾਡੇ? ਸਰ ਉਹ ਗੱਲ ਇਸ ਤਰ੍ਹਾਂ ਹੈ ਕਿ ਵੀ ਇਹਨਾਂ ਨੇ ਨਾ, ਝੀਂਡਾ ਸਾਹਿਬ ਨੇ ਸਾਡੀ ਜਿਹੜੀ ਅਡਹਾਕ ਬਾਡੀ ਦੀ ਉਸ ਵਕਤ ਅਸੀਂ ਲੜਾਈ ਲੜ ਰਹੇ ਹਾਂ ਸਾਂਝੇ, ਉਹਦੇ 'ਚ ਇੱਕ ਪ੍ਰਸਤਾਵ ਲਿਆਂਦਾ ਕਿ ਸਾਨੂੰ ਸ਼ੁਕਰਾਨਾ ਯਾਤਰਾ ਕਰਨੀ ਚਾਹੀਦੀ ਹੈ। ਮੈਂ ਪੁੱਛਿਆ, ਉੱਥੇ ਵਿਰੋਧ ਕੀਤਾ ਤੇ ਮੈਂ ਪੁੱਛਿਆ, ਮੈਂ ਕਿਹਾ ਝੀਂਡਾ ਸਾਹਿਬ, ਸਾਡੇ ਸਿੱਖ ਧਰਮ ਦੇ 'ਚ ਇੱਕ ਪਰੰਪਰਾ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਕਿ ਸੱਚੇ ਪਾਤਸ਼ਾਹ ਮੈਨੂੰ ਦੇ ਰੋਗਤਾ ਦੇ, ਮੇਰੇ ਬੱਚੇ ਦੀ ਨੌਕਰੀ ਲੱਗ ਜਾਏ, ਕੁੜੀ ਦਾ ਵਿਆਹ ਹੋ ਜਾਏ, ਮੈਨੂੰ ਆਹ ਖੁਸ਼ੀ ਮਿਲੇ, ਤਾਂ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਾਂਗਾ, ਅਖੰਡ ਪਾਠ ਰਖਾਵਾਂਗਾ, ਦੇਗ ਦਿਆਂਗਾ, ਲੰਗਰ ਛਕਾਵਾਂਗਾ। ਇਹ ਅਸੀਂ ਆ ਕੇ ਕੋਈ ਸੁੱਖਣਾ ਸੁੱਖਨੇ ਆ। ਆਪਣੀ ਸੁੱਖਣਾ ਹੈ ਸਭ ਤੋਂ ਵੱਡੀ ਕਿ ਸਾਡੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ। ਜਦੋਂ ਸਾਡੀ ਇਹ ਸੁੱਖਣਾ ਪੂਰੀ ਹੋ ਜਾਏਗੀ ਉਦੋਂ ਆਪਾਂ ਕਰ ਲਵਾਂਗੇ, ਹਾਂਜੀ, ਸ਼ੁਕਰਾਨਾ ਯਾਤਰਾ ਕਰ ਲਾਂਗੇ। ਅੱਜ ਸਾਨੂੰ ਲੋਕੀ ਪੁੱਛਣਗੇ ਵੀ ਤੁਸੀਂ ਕਿਸ ਗੱਲ ਦੀ ਸ਼ੁਕਰਾਨਾ ਯਾਤਰਾ ਕਰਦੇ ਹੋ, ਤਾਂ ਉਹ ਇਸ ਗੱਲ ਤੋਂ ਕਾਇਲ ਨਹੀਂ ਹੋਏ। ਮੈਂ ਬੜੀ ਵਾਰੀ ਕਿਹਾ, ਸਾਰੇ ਹਾਊਸ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਕੁਝ ਸਮਝੇ ਕੁਝ ਨਾ ਸਮਝੇ। ਇਸ ਵਾਸਤੇ ਮੈਂ ਫੈਸਲਾ ਕਰ ਲਿਆ ਕਿ ਇਹ ਇਸ ਕਿਸਮ ਦਾ ਜਿਹੜਾ ਗਲਤ ਫੈਸਲਾ ਹੈ, ਜਿਹੜੀ ਗਲਤ ਗੱਲਬਾਤ ਹੈ, ਇਹਦੇ ਨਾਲ ਮੈਂ ਨਹੀਂ ਚੱਲ ਸਕਦਾ। ਸੋ ਅਸੀਂ ਵੱਖਰੇ ਹੋ ਗਏ ਤੇ ਮੈਜੋਰਟੀ ਜਿਹੜੇ ਸੀ ਸਾਡੇ ਉਸ ਵਕਤ ਮੂਵਮੈਂਟ 'ਚ ਚੱਲ ਰਹੇ ਸਾਥੀ, ਉਹ ਦਿਦਾਰ ਸਿੰਘ ਨਲਵੀ ਗਰੁੱਪ 'ਚ ਸ਼ਾਮਲ ਹੋ ਗਏ ਤੇ ਸਾਡੀ ਲਕੀਰ ਖਿਚੀਂਦੀ ਉਹ ਝੀਂਡਾ ਸਾਹਿਬ ਨਾਲ ਵੱਡੀ ਹੋ ਗਈ। ਤੇ ਅਸੀਂ ਇੱਕ ਟਾਈਮ ਆ ਗਿਆ ਜਦੋਂ ਕਾਂਗਰਸ ਪਾਰਟੀ ਨੇ 2014 'ਚ ਫੈਸਲਾ ਕੀਤਾ ਕਿ ਅਸੀਂ ਹੁਣ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਹੈ, ਤਾਂ ਉਸ ਗੱਲ ਦਾ ਹੁੱਡਾ ਸਾਹਿਬ ਨੇ ਇਨਵੀਟੇਸ਼ਨ ਇਸ ਗੱਲਬਾਤ ਨੂੰ ਕਰਨ ਲਈ ਕੇਵਲ ਤੇ ਕੇਵਲ ਦਿਦਾਰ ਸਿੰਘ ਨਲਵੀ ਨੂੰ ਬੁਲਾਇਆ। ਤਾਂ ਦਿਦਾਰ ਸਿੰਘ ਨਲਵੀ ਦੀ ਨਾਲ ਜੋ ਗੱਲਬਾਤ ਹੋਈ ਕਿ ਅਸੀਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਂਦੇ ਹਾਂ, ਉਹਦੇ ਮੁਤਾਬਕ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਨੂੰ ਬਣਾ ਦਿੱਤੀ ਹੈ। ਪਰ ਤਸਵੀਰਾਂ ਇਹ ਵੀ ਆਈਆਂ ਹੁਣ ਗੁਰੂ ਸਾਹਿਬ ਨੇ ਕੀ ਮਿਹਰ ਕੀਤੀ ਹੈ, ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹੈ ਤੇ ਹੁਣ ਜਿੱਦਣ ਸਾਡੀ ਐਗਜ਼ੈਕਟਿਵ ਬਾਡੀ ਬਣ ਜਾਂਦੀ ਹੈ, ਸਾਨੂੰ ਗੁਰੂ ਘਰ ਦਾ ਚਾਰਜ ਮਿਲ ਜਾਂਦਾ ਹੈ, ਤਾਂ ਅਸੀਂ ਰੱਜ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ। ਉਹ ਸ਼ੁਕਰਾਨੇ ਦਾ ਟਾਈਮ ਅੱਜ ਹੈ। ਪਰ ਜਦੋਂ ਫੈਸਲਾ ਆਇਆ ਸੁਪਰੀਮ ਕੋਰਟ ਦਾ, ਤਾਂ ਤਸਵੀਰਾਂ 'ਚ ਤੁਸੀਂ ਨਜ਼ਰ ਨਹੀਂ ਆਏ। ਬਲਜੀਤ ਸਿੰਘ ਦਾਦੂਵਾਲ ਤੇ ਜਗਦੀਸ਼ ਝੀਂਡਾ ਹੋਰਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਇਹ ਵੀ ਗੱਲ ਸਾਹਮਣੇ ਆਉਂਦੀ ਆ ਵੀ ਝੀਂਡਾ ਹੋਰਾਂ ਨੂੰ ਪ੍ਰਧਾਨ ਲਾ ਦਿੱਤਾ ਗਿਆ, ਪਰ ਬਾਅਦ 'ਚ ਗੱਲ ਪਤਾ ਲੱਗਦੀ ਵੀ ਨਹੀਂ, ਹਜੇ ਤਾਂ ਫੈਸਲਾ ਉਹਦਾ ਹੋਣਾ ਬਾਕੀ ਹੈ। ਅਸਲੀਅਤ ਕੀ ਹੈ? ਦੋਵਾਂ ਗੱਲਾਂ ਦਾ ਤੁਹਾਡੇ ਕੋਲ ਕੀ ਜਵਾਬ ਹੈ? ਦੇਖੋ, ਮੈਂ ਇਹ ਗੱਲ ਕਹਿਣੀ ਚਾਹਾਂਗਾ, ਮੇਰੇ ਕੋਲ ਨਾ ਰੱਬ ਦੀ ਦਿੱਤੀ ਹੋਈ, ਮੇਰੇ ਕੋਲ ਇੱਕ ਸਬਰ ਹੈ, ਇੱਕ ਸੰਤੋਖ ਹੈ। ਮੈਂ ਸਹਿਜ ਨਾਲ ਕੰਮ ਕਰਨਾ, ਮੈਂ ਕਾਹਲੀ 'ਚ ਨਹੀਂ ਪੈਂਦਾ। ਇਹਨਾਂ ਦੋਵਾਂ ਨੂੰ ਲੱਗ ਗਿਆ ਹੁਣ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਭੱਜੋ, ਪੋਲੀਟੀਸ਼ੀਅਨਸ ਕੋਲ ਵੀ ਭੱਜੋ, ਫਲਾਣੇ ਪਾਸੇ ਵੀ ਭੱਜੋ, ਸੰਗਤ ਵਿੱਚ ਵੀ ਭੱਜੋ, ਗੁਰਦੁਆਰਾ ਸਾਹਿਬ ਜਾ ਕੇ ਵੀ ਮੱਥਾ ਟੇਕੋ, ਅੱਗੇ ਭਾਵੇਂ ਕਦੀ ਗਏ ਨਾ ਹੋਣ, ਤਾਂ ਕਿ ਲਾਈਮਲਾਈਟ ਚਾਹੀਏ ਤੇ ਪਤਾ ਲੱਗੇ ਕਿ ਅਸਲ ਅਗਲਾ ਪ੍ਰਧਾਨ ਬਣਨ ਦਾ ਅਧਿਕਾਰੀ ਇਹਨਾਂ ਦੋ ਵਿੱਚੋਂ ਜਾਂ ਤਿੰਨਾਂ ਵਿੱਚੋਂ ਕੌਣ ਹੈ। ਅਸੀਂ, ਸਾਡੀ ਤਾਂ ਟੇਕ ਗੁਰੂ ਮਹਾਰਾਜ ਤੇ ਆ, ਸੰਗਤ ਤੇ ਆ। ਸੰਗਤ ਦੇ ਵਿੱਚ ਮੈਂ ਕਲੇਮ ਨਹੀਂ ਕਰਦਾ, ਪੂਰੀ ਨਿਮਰਤਾ ਸਹਿਤ ਮੈਨੂੰ ਜੋ ਮੈਸੇਜ ਆ ਰਹੇ ਨੇ ਜਾਂ ਜੋ ਕੁਝ ਵੀ ਮੈਨੂੰ ਪਤਾ ਹੈ ਉਹਦੇ ਮੁਤਾਬਕ ਸੰਗਤ ਦੇ ਵਿੱਚ ਜਿਹੜੀ ਨਾ ਮੇਰੀ ਪਸੰਦ ਜਿਹੜੀ ਹੈ ਉਹ ਸੰਗਤ ਦੀ ਨੰਬਰ 1 ਸ਼ਾਇਦ ਹੋ ਸਕਦੀ ਹੈ। ਤੁਹਾਨੂੰ ਕਿਸ ਤਰ੍ਹਾਂ ਵੇਖਦੀ ਹੈ ਸੰਗਤ? ਮੈਨੂੰ ਇਹ ਵੇਖਦੀ ਹੈ, ਮੈਨੂੰ ਫੋਨ ਆਉਂਦੇ ਨੇ, ਮੈਨੂੰ ਲੋਕੀ ਕਹਿੰਦੇ ਨਲਵੀ ਸਾਹਿਬ ਤੁਸੀਂ ਸੁੱਤੇ ਪਏ ਹੋ ਘਰ, ਇਹ ਭੱਜੇ ਜਾਂਦੇ ਨੇ, ਅਸੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ। ਸਾਨੂੰ ਹਰਿਆਣਾ ਕਮੇਟੀ ਦਾ ਪ੍ਰਬੰਧ ਕਰਨ ਵਾਸਤੇ ਪੜ੍ਹਿਆ ਲਿਖਿਆ ਸਿਆਣਾ ਬੰਦਾ, ਇਮਾਨਦਾਰ ਬੰਦਾ, ਜਿਹਦਾ ਪਿਛਲਾ ਰਿਕਾਰਡ ਚੰਗਾ ਹੈ, ਜਿਹਨੇ ਗੁਰੂ ਘਰ ਦੀ ਹਰਿਆਣਾ ਕਮੇਟੀ ਦੀ ਸਟਰਗਲ ਦੇ ਲਈ ਸਭ ਤੋਂ ਵੱਧ ਸਿਆਣਪ ਨਾਲ ਗੱਲ ਕੀਤੀ ਹੈ। ਅਸੀਂ ਅਖਬਾਰਾਂ ਪੜ੍ਹਨੇ ਹਾਂ, ਸਾਨੂੰ ਪਤਾ ਹੈ ਕਿ ਜੇ ਡਾਕਟਰ ਮਨਮੋਹਨ ਸਿੰਘ ਨਾਲ ਗੱਲ ਕਰਨ ਵਾਸਤੇ ਗਿਆ ਤਾਂ ਦਿਦਾਰ ਸਿੰਘ ਨਲਵੀ, ਜੇ ਸੋਨੀਆ ਗਾਂਧੀ ਨਾਲ 2 ਦਫਾ ਗੱਲਬਾਤ ਹੋਈ ਤਾਂ ਦਿਦਾਰ ਸਿੰਘ ਨਲਵੀ, ਉੱਥੇ ਤੇ ਝੀਂਡਾ ਸਾਹਿਬ ਜਾਂ ਦੂਜੇ ਤੀਜੇ ਕਦੀ ਬੋਲਦੇ ਨਹੀਂ। ਤੇ ਜੇ ਇਲੈਕਸ਼ਨ ਮੈਨੀਫੈਸਟੋ ਵਿੱਚ ਲਿਖਤੀ ਤੌਰ ਦੇ ਉੱਤੇ ਕਾਂਗਰਸ ਕੋਲੋਂ ਜੇ ਕਿਸੇ ਨੇ ਉਹ ਅੰਡਰਟੇਕਿੰਗ ਲਈ ਹੈ ਕਿ ਜੇ ਸਾਡੀ ਕਾਂਗਰਸ ਪਾਰਟੀ ਇਨ ਪਾਵਰ ਆਉਂਦੀ ਹੈ ਤਾਂ ਅਸੀਂ ਹਰਿਆਣਾ ਕਮੇਟੀ ਨੂੰ
ਹਰਿਆਣਾ ਕਮੇਟੀ ਦੀ ਮੰਗ ਨੂੰ ਮੰਨਾਂਗੇ ਤਾਂ ਉਹ ਕੰਮ ਦਦਾਰ ਸਿੰਘ ਨਲਵੀ ਨੇ ਕੀਤਾ। ਜੋ ਸਾਰੇ ਕੰਮ ਦਦਾਰ ਸਿੰਘ ਨਲਵੀ ਨੇ ਕੀਤੇ ਨੇ ਤਾਂ ਅਸੀਂ ਫਿਰ ਦਦਾਰ ਸਿੰਘ ਨਲਵੀ ਨੂੰ ਛੱਡ ਕੇ ਕਿਹੜੇ ਪਾਸੇ ਜਾ ਸਕਦੇ ਹਾਂ। ਤੁਸੀਂ ਸੁੱਤੇ ਨਾ ਰਹੋ, ਤੁਸੀਂ ਭੱਜ ਦੌੜ ਕਰੋ ਤਾਂ ਕਿ ਤੁਸੀਂ ਪ੍ਰਧਾਨ ਬਣੋ, ਅਸੀਂ ਤੁਹਾਡੇ ਨਾਲ ਹਾਂ। ਪਰ ਕੀ ਤੁਹਾਨੂੰ ਇਹ ਗੱਲ ਨੁਕਸਾਨਦੇਹ ਨਾ ਕਰੂਗੀ ਕਿ ਤੁਹਾਡੇ ਕਾਂਗਰਸੀਆਂ ਨਾਲ ਬੜੇ ਚੰਗੇ ਸੰਬੰਧ ਰਹੇ ਤੇ ਕੱਲ੍ਹ ਨੂੰ ਵਿਰੋਧੀ ਧਿਰ ਤੁਹਾਡੀ ਕੰਪੀਟੀਟਰ ਇਹ ਐਲੀਗੇਸ਼ਨ ਲਾ ਦੇਣ ਵੀ ਇਹ ਤਾਂ ਬੰਦਾ ਹੀ ਕਾਂਗਰਸ ਦਾ? ਸਰ, ਮੇਰੇ ਕਾਂਗਰਸ ਨਾਲ ਕਿਸ ਤਰ੍ਹਾਂ ਚੰਗੇ ਸੰਬੰਧ ਰਹੇ ਨੇ? ਮੈਂ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਾਂ ਕਿਸੇ ਵਜ਼ੀਰ 2001 'ਚ ਮੈਂ ਸ਼ੁਰੂ ਕੀਤੀ ਸੀਗੀ ਮੂਵਮੈਂਟ। 2001 ਤੋਂ ਲੱਗ ਕੇ 14 ਤੱਕ ਜਿੰਨਾ ਚਿਰ ਵੱਖਰੀ ਕਮੇਟੀ ਨਹੀਂ ਬਣ ਗਈ ਤਾਂ ਦਦਾਰ ਸਿੰਘ ਨਲਵੀ ਚਾਹੇ ਦਿੱਲੀ ਗਿਆ ਕਾਂਗਰਸ ਪਾਰਟੀ ਦੇ ਦਫ਼ਤਰ, ਚਾਹੇ ਚੰਡੀਗੜ੍ਹ ਗਿਆ ਹੈ ਜਾਂ ਸਰਕਾਰੀ ਦਫ਼ਤਰਾਂ 'ਚ ਗਿਆ ਹੈ, ਤਾਂ ਦਦਾਰ ਸਿੰਘ ਨਲਵੀ ਸੰਗਤ ਨਾਲ ਜਾਂਦਾ ਰਿਹਾ ਤੇ ਸੰਗਤ ਨਾਲ ਹੀ ਬਾਹਰ ਆ ਗਿਆ। ਕੋਈ ਵੀ ਰਿਕਾਰਡ ਵਿਜ਼ਟਰਸ ਬੁੱਕ ਹੁੰਦੀਆਂ ਨੇ, ਉਹ ਸਿੱਧ ਕਰਨ ਕਿ ਦਦਾਰ ਸਿੰਘ ਨਲਵੀ ਇਕੱਲਿਆਂ ਹਨੇਰੇ ਜਾਂ ਸਵੇਰੇ ਜਾਂ ਕਿਸੇ ਵਕਤ ਕਦੀ ਕਿਸੇ ਆਪਣੇ ਨਿੱਜੀ ਕੰਮ ਗਿਆ ਹੈ ਤੇ ਦੂਜੇ ਨੇਤੇ ਜਿਹੜਾ ਆਪਣੇ ਆਪ ਨੂੰ ਕਲੇਮ ਕਰਦੇ ਪਏ ਨੇ ਉਹ ਉੱਥੇ ਕਿੰਨੀ ਵਾਰੀ ਹਫ਼ਤੇ 'ਚ ਕਿੰਨੀ ਵਾਰੀ ਜਾਂਦੇ ਸਨ। ਆਖਰੀ ਸਵਾਲ ਮੇਰਾ ਤੁਹਾਨੂੰ ਨਲਵੀ ਸਾਹਿਬ ਕਿ ਚੋਣ ਪ੍ਰਕਿਰਿਆ ਹੁਣ ਕਿਵੇਂ ਹੋਊਗੀ ਤੇ ਤੁਸੀਂ ਆਪਣੀ ਦਾਅਵੇਦਾਰੀ ਇਹਦੇ 'ਚ ਕਿਵੇਂ ਠੋਕੋਗੇ? ਦੇਖੋ, ਮੈਨੂੰ ਚਿੰਡਾ ਸਾਹਿਬ ਨੂੰ ਤੇ ਦਾਦੂਵਾਲ ਸਾਹਿਬ ਨੂੰ ਪਰਸੋਂ ਬੁਲਾਇਆ ਗਿਆ ਸੀਗਾ ਹਰਿਆਣਾ ਰਾਜ ਭਵਨ 'ਚ ਕਿ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਭੱਜ ਦੌੜ ਨਾ ਕਰੋ, ਇੱਕ ਦੂਜੇ ਦੇ ਵਿਰੁੱਧ ਬਿਆਨ ਨਾ ਦਿਓ। ਚਿੰਡਾ ਸਾਹਿਬ ਬਿਆਨ ਦਿੰਦੇ ਪਏ ਨੇ ਦਾਦੂਵਾਲ ਦੇ ਵਿਰੁੱਧ, ਦਾਦੂਵਾਲ ਸਾਹਿਬ ਬਿਆਨ ਦਿੰਦੇ ਪਏ ਨੇ ਚਿੰਡੇ ਦੇ ਵਿਰੁੱਧ। ਸਰਕਾਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਹਦੇ ਨਾਲ ਤੁਹਾਡੀ ਫੁੱਟ ਵੀ ਦਿਸਦੀ ਹੈ ਤੇ ਹਰਿਆਣੇ ਦਾ ਸਿੱਖ ਵੀ ਕਮਜ਼ੋਰ ਹੁੰਦਾ ਹੈ ਤੇ ਜਿਹੜੀ ਹਰਿਆਣੇ ਦੀ ਸਰਕਾਰ ਹੈ, ਅਸੀਂ ਤਾਂ ਇਸ ਵਕਤ ਪ੍ਰਬੰਧ ਲੈਣਾ ਹੈ ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ। ਉਹਦੇ ਵਾਸਤੇ ਸਰਕਾਰ ਤੇ ਸਾਰਾ ਹਰਿਆਣਾ ਸਮਾਜ ਇਹ ਇਕਜੁੱਟ ਹੋਵੇ ਤੇ ਇਕਜੁੱਟ ਹੋਵਾਂਗੇ ਤੇ ਤਾਂ ਅਸੀਂ ਪ੍ਰਬੰਧ ਲੈ ਸਕਾਂਗੇ। ਤੇ ਉਹਨਾਂ ਦੋਵਾਂ ਨੇ ਵੀ ਸਹਿਮਤੀ ਦਿੱਤੀ। ਮੈਂ ਤਾਂ ਕੋਈ ਬਿਆਨ ਦਿੱਤਾ ਨਹੀਂ ਸੀਗਾ ਤੇ ਮੇਰੀ ਵੀ ਸਹਿਮਤੀ ਸੀਗੀ ਤੇ ਮੈਂ ਤਾਂ ਅਜੇ ਵੀ ਘਰ ਬੈਠਾ, ਉਹ ਅੱਜ ਵੀ ਅਖਬਾਰਾਂ 'ਚ ਭੱਜੇ ਫਿਰਦੇ ਨੇ। ਹਾਂਜੀ, ਤਾਂ ਮੈਂ ਇਹ ਮਹਿਸੂਸ ਕਰਨਾ ਕਿ ਸਰਕਾਰ ਖੁਦ ਸੋਚੇਗੀ, ਸੰਗਤ ਸੋਚੇਗੀ ਕਿ ਇਸ ਵਕਤ ਹਰਿਆਣਾ ਕਮੇਟੀ ਨੂੰ ਇੱਕ ਇਸ ਕਿਸਮ ਦੇ ਨੇਤਾ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ, ਜਿਵੇਂ ਪੰਜਾਬ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ, ਸਰਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੱਦ ਇੰਟਰਨੈਸ਼ਨਲ ਪੱਧਰ ਤੱਕ ਪਹੁੰਚਾਇਆ, ਇਹਨੂੰ ਸਿੱਖ ਪਾਰਲੀਮੈਂਟ ਬਣਾਇਆ ਤੇ ਸਾਰਾ ਸਭ ਕੁਝ ਕੀਤਾ। ਦੇਖੋ, ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਅਸੀਂ ਹਰਿਆਣਾ ਕਮੇਟੀ ਦੀ ਮੰਗ ਵਾਸਤੇ ਗੱਲ ਕਰ ਰਹੇ ਸਾਂ ਤਾਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਬਣਾਉਣ ਵਾਸਤੇ ਮਿਨਾਰਟੀ ਕਮਿਸ਼ਨ ਦੇ ਉਸ ਵਕਤ ਮੈਂਬਰ ਸਨ ਸਰਦਾਰ ਹੰਸਪਾਲ ਸਾਹਿਬ, HS ਹੰਸਪਾਲ। ਉਹਦੇ ਵਿੱਚ ਜਦੋਂ ਨਲਵੀ ਗਰੁੱਪ ਵੱਖਰਾ ਸੀਗਾ ਤਾਂ ਉਸ ਵਕਤ ਹੰਸਪਾਲ ਸਾਹਿਬ ਨੂੰ ਮੈਂ ਗੱਲ ਕਹੀ ਕਿ ਵੀ ਹੰਸਪਾਲ ਸਾਹਿਬ, ਕਾਂਗਰਸ ਪਾਰਟੀ ਜਾਂ ਸਰਕਾਰ ਸਾਡੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਤਾ ਨਹੀਂ ਕਦੋਂ ਬਣਾਏਗੀ ਕਦੋਂ ਨਾ ਬਣਾਏਗੀ, ਤਾਂ ਸਾਡੀ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਵਾ ਦਿਓ। ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨਾਲ ਗੱਲ ਕੀਤੀ, ਸੋਨੀਆ ਗਾਂਧੀ ਜੀ ਨਾਲ ਗੱਲ ਕੀਤੀ, ਹੁੱਡਾ ਸਾਹਿਬ ਨਾਲ ਗੱਲ ਕੀਤੀ ਤੇ ਉਹ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਜਿਹਦੇ 'ਚ ਚੀਫ ਸੈਕਟਰੀ ਸੀਗਾ ਤੇ ਹੰਸਪਾਲ ਜੀ ਸਨ ਤੇ ਹੋਰ ਬੰਦੇ ਸਨ। ਉਸ ਕਮੇਟੀ ਨੇ ਬਕਾਇਦਾ ਇੱਕ ਫੈਸਲਾ ਕਰਕੇ ਤੇ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਬਣਾ ਦਿੱਤਾ। ਤੇ ਜਦੋਂ ਇਹ ਮੀਟਿੰਗ ਹੋਈ ਸੀਗੀ ਤਾਂ ਮੀਟਿੰਗ ਦੇ ਨਾਲ ਦੇ ਕਮਰੇ ਵਿੱਚ ਹੰਸਪਾਲ ਜੀ ਨੇ ਦਦਾਰ ਸਿੰਘ ਨਲਵੀ ਨੂੰ ਬੁਲਾਇਆ ਸੀਗਾ ਤੇ ਉਸ ਤੋਂ ਬਾਅਦੋਂ ਸਾਰੀ ਪ੍ਰੋਸੀਡਿੰਗ, ਸਾਰੀ ਗੱਲਬਾਤ ਜੋ ਕੁਛ ਸੀਗੀ ਉਹ ਚੀਫ ਸੈਕਟਰੀ ਨੇ ਮੇਰੇ ਨਾਲ ਆਪਣੇ ਢੰਗ ਨਾਲ ਸ਼ੇਅਰ ਕੀਤੀਆਂ ਸਨ। ਬਸ ਅਸੀਂ ਆਹ ਕੁਛ ਕਰ ਦਿੱਤਾ ਹੈ ਜੀ। ਤਾਂ ਇਸੇ ਤਰ੍ਹਾਂ ਹੀ ਮੈਂ ਗਿਆ ਸਿਰਸੇ, ਤਾਂ ਉੱਥੋਂ ਦੀ ਸੰਗਤ ਮੈਨੂੰ ਕਹਿੰਦੀ ਹੈ, ਨਲਵੀ ਸਾਹਿਬ ਸਾਡੀ ਇੱਕ ਬੜੀ ਵੱਡੀ ਸਮੱਸਿਆ, ਸਾਡੀ ਸਮੱਸਿਆ ਹੱਲ ਕਰੋ। ਮੈਂ ਕਿਹਾ ਕੀ ਹੈ? ਕਹਿੰਦੇ ਜੀ ਇੱਥੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਜਿਹੜੀ ਹੈ ਹਿਸਾਰ ਦੇ ਵਿੱਚ, ਇੱਥੇ ਪੰਜਾਬੀ ਭਾਸ਼ਾ MA ਵਿੱਚ ਪੜ੍ਹਾਈ ਨਹੀਂ ਜਾਂਦੀ। ਸਾਡੇ ਬੱਚਿਆਂ ਨੂੰ ਕਦੀ ਕੁਰੂਕਸ਼ੇਤਰ ਜਾਣਾ ਪੈਂਦਾ, ਕਦੀ ਪਟਿਆਲੇ ਜਾਣਾ ਪੈਂਦਾ, ਕਦੀ ਚੰਡੀਗੜ੍ਹ ਜਾਣਾ ਪੈਂਦਾ ਹੈ, ਉੱਥੇ ਜਾ ਕੇ MA ਦਾਖਲ ਕਰਦੇ ਨੇ ਤੇ ਇੱਥੇ ਕਿਉਂ ਨਹੀਂ ਕਰਦੇ?
ਤਾਂ ਮੈਂ ਉਸੇ ਵਕਤ ਹੀ ਕਿਹਾ, ਮੈਂ ਕਿਹਾ ਚਲੋ ਆਪਾਂ ਚੱਲ ਕੇ ਮਿਲਦੇ ਹਾਂ। ਅਸੀਂ ਵਾਈਸ ਚਾਂਸਲਰ ਸਾਹਿਬ ਕੋਲ ਗਏ, ਵਾਈਸ ਚਾਂਸਲਰ ਆਊਟ ਆਫ ਸਟੇਸ਼ਨ ਸਨ। ਅਸੀਂ ਰਜਿਸਟਰਾਰ ਸਾਹਿਬ ਕੋਲ ਗਏ, ਰਜਿਸਟਰਾਰ ਸਾਹਿਬ ਨਾਲ ਗੱਲ ਕੀਤੀ ਵੀ ਇੱਥੇ ਪੰਜਾਬੀ ਭਾਸ਼ਾ ਕਿਉਂ ਨਹੀਂ। ਉਹ ਕਹਿਣਗੇ ਨਲਵੀ ਸਾਹਿਬ अकेली पंजाबी भाषा नहीं, ना यहाँ हिंदी डिपार्टमेंट है, ना संस्कृत डिपार्टमेंट है और ना ही पंजाबी डिपार्टमेंट है। तो ये गल सुन के मैं 4-5 दिन बादों हुड्डा साहब को टाइम लैके मैं हुड्डा साहब को जाके मिलिया तो दसिया, मैं कहा जी ये बड़ी माड़ी गल है, बहुत अफसोसजनक गल है कि ये कोई लंडन है कि जिथे पंजाबी डिपार्टमेंट, हिंदी डिपार्टमेंट, संस्कृत डिपार्टमेंट ना हो, अंग्रेजी डिपार्टमेंट हो, ये बड़ी माड़ी गल है तो इनू इमीजिएटली इनकी करैक्शन करो। उन्हें उस वक्त गीता भुक्कल नूं बुलाया, जिहड़े कि पर चांस उस वक्त उन्होंने ऑफिशियल रेजिडेंसी बैठे हुए सन। तो उन्होंने को पूछा, उन्हें कन्फर्म किया कि नलवी साहब ने जो कुछ गल कही है फैक्चुअली यही है। तो उन्हें कहा भी समस्या की है, क्यों नहीं तुसीं शुरू की, एज एजुकेशन मिनिस्टर मैंने जवाब दो। वो कहते साढ़े को फंड्स की समस्या सी। कहते नो फंड्स आर नो प्रॉब्लम, इन्हों अगले एकेडैमिक सैशन दे विच चालू किया जाए। ये गल 27 जनवरी की है जो मैं मुख्यमंत्री साहब को मिलिया सा। उन्होंने उस वक्त आदेश दे दिते। मैनू मार्च दे विच रजिस्ट्रार साहब का फोन आ गया चौधरी देवीलाल यूनिवर्सिटी का कि नलवी साहब 3 डिपार्टमेंट खुल गए। अज तो 6 महीने में पहलों मैं उन्होंने पूछा, मैं क्या जी इत्थे पंजाबी डिपार्टमेंट की की पोजीशन है, बच्चे किन्ने ने, की कुछ गलबात है। वो कहते सारे डिपार्टमेंट विचों सब तो वध स्ट्रेंथ पंजाबी डिपार्टमेंट के स्टूडेंट्स की होंदी है और ये वो सिफारिशां कर करके इत्थे दाखला मिलता है। और असी इन्ना चिर खोलिया नहीं तो हुण यूनिवर्सिटी महसूस करती है कि एक बहुत वधिया काम असीं कीता है। सो हर किस्म की लड़ाई जी और मैं सजग हाँ। मैं इस गल का एक तुहाडे राहीं मैं हरियाणे की संगत हूँ, इस गल का मैं वादा देना कि जे दास नूं सेवा का मौका मिलिया तो असीं पॉजिटिव काम करांगे। असी हरियाणे की सिख संगत के हक च काम करांगे, असी हरियाणे वासियों के हित में काम करांगे। क्योंकि स्कूल खुलने ने, कॉलेज खुलने ने, हस्पताल खुलने ने या होर जो कुछ भी काम होना है वो मानव की भलाई वास्ते होना है। साढ़े को एक विज़न है, मैं उस विज़न के तहत एक बहुत मेरी सोच ये है कि भी जिमें प्योर साइंसिस विच साढ़े हरियाणे के बच्चे और खास करके सिखां के बच्चे प्योर साइंसिस विच दे ऑलवेज लैक बहुत पछड़ होंदे ने। मैं एक ऐसा जिवें लंडन स्कूल ऑफ इकनॉमिक्स है, मैं पहली जमात तो उन्होंने निवेकली सोच है मेरी कि मैं पहली जमात तो लग के MSc तक 16वीं जमात तक मैं बहुत एक स्कूल खोलांगा बहुत एक्सट्री ऑर्डनरी किस्म का, जिंदे विच बच्चा इत्थों शुरू होकर उन्होंने साइंस विच एक्सपर्ट कर दिता जाए ताकि उनका बेंट ऑफ माइंड वो चेंज इस ढंग नाल प्रफुल्लित हो जाए कि वो कैमिस्ट्री फिजिक्स इस किस्म दी जूआलॉजी इस किस्म दी साइंसिस ने प्योर साइंसिस जिहड़ियां ने उनदे विच वो हिंदुस्तान दे विच अपना स्थान स्थापित कर। जी नलवी साहब बहुत बहुत थोड़ी मेहरबानी गलबात करने लई, थैंक यू थोड़ा। थैंक यू।